हाँ जी, गुड ਈਵਨਿੰਗ ਤੇ ਸਤਿ ਸ੍ਰੀ ਅਕਾਲ ਸਾਰੇ ਸਾਥੀਆਂ ਨੂੰ। ਇੱਕ ਵਾਰ ਫਿਰ ਤੋਂ ਸਾਡੇ YouTube ਚੈਨਲ ਲਰਨਿੰਗ ਮੰਚ ਤੇ ਆਪ ਸਭੀ ਦਾ ਬਹੁਤ-ਬਹੁਤ ਸਵਾਗਤ ਹੈ। ਤੇ ਸਭ ਤੋਂ ਪਹਿਲਾਂ ਸਾਰੇ ਸਾਥੀਆਂ ਨੂੰ ਤੇ ETT ਕੈਡਰ ਨੂੰ ਬਹੁਤ-ਬਹੁਤ ਵਧਾਈ ਹੋਵੇ ਕਿ ਜਿਹੜੇ ਆਗੂ ਸਾਥੀ ਨੇ 5994 ਦੇ ਤੇ ਉਹਨਾਂ ਨੇ ਕਾफ़ी ਜਿਹੜੀ ਹੈ ਮਿਹਨਤ ਕੀਤੀ, ਕਾफ़ी ਸਟਰਗਲ ਕੀਤੀ ਤੇ ਇੱਕ ਲੜੀ ਜਿਹੜੀ ਹੈ ਮੀਟਿੰਗ ਦੀ ਉਹ ਇੱਕ ਤੋਂ ਬਾਅਦ ਇੱਕ ਜਿਹੜੀ ਉਹ ਪੂਰੀ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈ ਫੰਡ ਦੇ ਰਿਲੇਟਿਡ ਵੀ ਉਹਨਾਂ ਨੇ ਕਾफ़ी ਐਫਰਟ ਕੀਤੇ ਤੇ ਜਿਹੜੀ ਸਟੇ ਹੈ ਉਹ ਟੁੱਟੀ ਤੇ ਸਟੇ ਟੁੱਟਣ ਤੋਂ ਜਸਟ ਬਾਅਦ ਹੀ ਜਿਹੜੀ ਹੈ ਉਹ 5994 ਦਾ ਜਿਹੜਾ ਰਿਜ਼ਲਟ ਹੈ ਉਹ ਅਪਲੋਡ ਕਰ ਦਿੱਤਾ ਗਿਆ। ਤੇ ਇਸ ਸਕਸੈਸ ਵਾਸਤੇ ਸਾਰੇ ETT ਕੈਡਰ ਨੂੰ ਤੇ ਸਾਰੇ ਆਗੂ ਸਾਥੀਆਂ ਨੂੰ ਬਹੁਤ-ਬਹੁਤ ਵਧਾਈ ਹੋਵੇ, ਮੁਬਾਰਕਾਂ ਹੋਵੇ। ਤੇ ਸਭ ਤੋਂ ਵੱਡੀ ਗੱਲ ਇੱਥੇ ਜਿਹੜੀ ਹੈ ਉਹ ਹੈ ETT 6635 ਦੀ ਵੇਟਿੰਗ ਲਿਸਟ ਦੀ। ਤੇ ਹੁਣ ਸਾਥੀਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਾफ़ੀ ਲੰਮਾ ਸਮਾਂ ਜਿਹੜਾ ਹੈ ਉਹ ਹੋ ਗਿਆ ਹੈ ETT 6635 ਦੀ ਭਰਤੀ ਦਾ ਪ੍ਰੋਸੈਸ ਚੱਲਦੇ ਨੂੰ ਤੇ ਵਿਚਾਲੇ ਰੁਕ ਵੀ ਗਿਆ ਸੀ। ਤੇ ਹੁਣ ਜਿਹੜੀ ਹੈ ਉਹ ਉਮੀਦ ਹੈ ਕਿ ਜਲਦੀ ਜਿਹੜੀ ਹੈ ਲਿਸਟ ਆਊਗੀ, ਕਿਉਂਕਿ ਆ ਜਿਹੜੀ ਹੈ ਇੱਕ ਹੋਪ ਹੁੰਦੀ ਹੈ ਤੇ ਲਿਸਟ ਜਿਹੜੀ ਹੈ ਉਹ ਜਲਦ ਆਊਗੀ। ਕਿਉਂਕਿ ਜਿਹੜੀ ਡੀ ਰਿਜ਼ਰਵ ਦੀ ਜਿਹੜੀ ਲਿਸਟ ਆਈ ਸੀ ਉਸ ਤੋਂ ਬਾਅਦ ਜਿਹੜਾ ਕੁਝ ਸਮਾਂ ਜਿਹੜਾ ਡਿਪਾਰਟਮੈਂਟ ਨੂੰ ਚਾਹੀਦਾ ਹੈ ਤਾਂ ਕਿ ਜਿੰਨੇ ਵੀ ਕੈਂਡੀਡੇਟ ਨੋਟ ਜੁਆਇਨ ਨੇ ਤੇ ਉਹਨਾਂ ਦੇ ਵੱਲੋਂ ਜਿਹੜੀ ਕਲੀਅਰੈਂਸ ਹੈ ਉਹ ਹੋ ਜਾਵੇ ਕਿ ਉਹ ਜੁਆਇਨ ਜਿਹੜੇ ਹੈ ਉਹ ਨਹੀਂ ਕਰ ਰਹੇ। ਤੇ ਇਸ ਦਾ ਪ੍ਰੋਸੈਸ ਜਿਹੜਾ ਉਹ ਫੋਲੋ ਕਰਨਾ ਪੈਂਦਾ ਹੈ ਤੇ ਉਸ ਤੋਂ ਬਾਅਦ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਹੈਡ ਡਿਪਾਰਟਮੈਂਟ ਵਿੱਚ ਆਉਂਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈ ਉਹ ਸੀਟ ਵੈਕੈਂਟ ਜਿਹੜੀ ਹੈ ਉਹ ਡਿਕਲੇਅਰ ਕਰ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈ ਉਸ 'ਤੇ ਜਿਹੜੀ ਹੈ ਨਵੇਂ ਕੈਂਡੀਡੇਟ ਨੂੰ ਉਹ ਸੀਟ ਅਲੋਟ ਕੀਤੀ ਜਾਂਦੀ ਹੈ। ਤੇ ਹੁਣ ਗੱਲ ਆ ਹੈ ਕਿ ਜਿਹੜੀ ETT 6635 ਦੀ ਜਿਹੜੀ ਮੈਰਿਟ ਲਿਸਟ ਹੈ ਉਹ ਹਾਲੇ ਡਿਪੈਂਡ ਹੈ ਕਿ ਕਿੰਨੇ ਕੈਂਡੀਡੇਟ ਜਿਹੜੇ ਹੋਰ ਜੁਆਇਨ ਹੋ ਸਕਦੇ ਹੈ। ਉਹ ਵੈਕੈਂਟ ਸੀਟ 'ਤੇ ਜਿਹੜੀ ਹੈ ਉਹ ਡਿਪੈਂਡ ਕਰਦਾ ਹੈ ਕਿ ਕਿੰਨੀ ਜਿਹੜੀ ਵੈਕੈਂਟ ਸੀਟ ਹੈ। ਤੇ ਕਈ ਕਹਿੰਦੇ ਨੇ ਜਿਹੜੀ ਹੈ 635 ਜਿਹੜੀ ਵੈਕੈਂਟ ਸੀਟ ਪਈ ਹੈ ਤੇ ਬਾਕੀ ਹੁਣ ਜਿਹੜਾ ਹੈ ਡਾਟਾ ਡਿਪਾਰਟਮੈਂਟ ਹੁਣੇ ਕੋਲੈਕਟ ਹੀ ਕਰ ਰਿਹਾ ਹੈ ਤੇ ਆਪਾਂ ਸ਼ੋਰ ਨਹੀਂ ਕਹਿ ਸਕਦੇ ਕਿ ਵੀ ਇੰਨੀ ਸੀਟ ਜਿਹੜੀ ਹੈ ਉਹ ਪੈਂਡਿੰਗ ਹੈ। ਤੇ ਇਸ ਦਾ ਜਿਹੜਾ ਹੈ ਆਪਾਂ ਨੂੰ ਪਤਾ ਲੱਗੂਗਾ ਜਦੋਂ ਲਿਸਟ ਆਊਗੀ। ਤੇ ਉਸ ਤੋਂ ਪਹਿਲਾਂ ਜਿੰਨੇ ਵੀ ਕੈਂਡੀਡੇਟ ਵੇਟਿੰਗ ਵਿੱਚ ਆ ਰਹੇ ਨੇ ਤੇ ਉਹਨਾਂ ਦਾ ਚਾਂਸ ਹੈ ਕਿਵੇਂ ਹੈ ਉਹ ਵੀ ਮੈਂ ਤੁਹਾਨੂੰ ਦੱਸਾਂਗਾ। ਕਿਉਂਕਿ ਕੁਝ ਕੈਂਡੀਡੇਟ ਜਿਹੜੇ ਹੈ ਉਹ ਜਿਹੜੀ ਡੀ ਰਿਜ਼ਰਵ ਦੀ ਲਿਸਟ ਆਈ ਸੀ ਉਸ 'ਤੇ ਵੀ ਨੋਟ ਜੁਆਇਨ ਦਾ ਡਾਟਾ ਸੀਗਾ, ਤਕਰੀਬਨ 100 ਦੇ ਕੋਲ ਜਿਹੜਾ ਹੈ ਉਹ ਨੋਟ ਜੁਆਇਨ ਦਾ ਡਾਟਾ ਸੀਗਾ। ਤੇ ਤੁਸੀਂ ਕੀ ਮੰਨਦੇ ਹੋ ਕਿ ਜੇਕਰ ETT ਦੀ ਵੇਟਿੰਗ ਲਿਸਟ ਵੀ ਆਉਂਦੀ ਹੈ ਤਾਂ ਉਸ 'ਤੇ ਵੀ ਨੋਟ ਜੁਆਇਨ ਨਹੀਂ ਹੋਣਗੇ, ਉਸ 'ਤੇ ਵੀ ਨੋਟ ਜੁਆਇਨ ਦਾ ਡਾਟਾ ਜਿਹੜਾ ਹੈ ਉਹ ਆਊਗਾ। ਤੇ ਉਸ ਤੋਂ ਬਾਅਦ ਜਿਹੜੀ ਵੇਟਿੰਗ ਲਿਸਟ ਕਲੀਅਰ ਹੋਊਗੀ ਉਸ ਤੋਂ ਬਾਅਦ ਵੀ ਚਾਂਸ ਬਣੂਗਾ, ਕਿਉਂਕਿ ਇੱਕ ਪ੍ਰੋਸੈਸ ਦੇ ਅਕੋਰਡਿੰਗ ਇੱਕ ਹੋਰ ਲਿਸਟ ਆਉਣੀ ਚਾਹੀਦੀ ਹੈ ਤੇ ਆਊਗੀ। ਕਿਉਂਕਿ ਜਿਹੜਾ ਨੋਟ ਜੁਆਇਨ ਦਾ ਡਾਟਾ ਹੋਊਗਾ ਉਹ ਕਿਵੇਂ ਪਤਾ ਲੱਗੂਗਾ ਡਿਪਾਰਟਮੈਂਟ ਨੂੰ ਕਿ ਉਹ ਤੇ ਡਿਪਾਰਟਮੈਂਟ ਦੀ ਕੋਸ਼ਿਸ਼ ਆਈ ਰਹਿੰਦੀ ਹੈ ਕਿ ਜਿੰਨੇ ਵੀ ਸੀਟ ਬਣਦੀ ਹੈ ਜਿਵੇਂ ਕਿ 6635 ਉਸ ਤੇ ਪੂਰੀ ਦੀ ਪੂਰੀ ਜਿਹੜੀ ਹੈ ਸੀਟ ਜਿਹੜੀ ਹੈ ਉਹ ਲੋਟ ਕਰ ਦਿੱਤੀ ਜਾਵੇ। ਤੇ ਆਪਾਂ ਉਮੀਦ ਕਰਦੇ ਹਾਂ। ਤੇ ਬਾਕੀ ਜਿੰਨੇ ਵੀ ਕੈਂਡੀਡੇਟ ਕਹਿ ਰਹੇ ਨੇ ਕਿ ਸਾਡਾ ਜਿਹੜਾ ਹੈ 61 ਤੇ ਹੋ ਜਾਊਗਾ, 62 ਤੇ ਹੋ ਜਾਊਗਾ, 63, ਸਭ ਨੂੰ ਆਪਦੀ ਫਿਕਰ ਹੈ। ਪਰ ਇੱਥੇ ਆਪਾਂ ਸੋਚਦੇ ਹਾਂ, ਜਿਹੜੀ ਹੈ ਅਰਦਾਸ ਕਰਦੇ ਹਾਂ ਵਾਹਿਗੁਰੂ ਤੋਂ ਕਿ ਜਿਹੜੀ ਲਿਸਟ ਹੈ ਉਹ ਡਾਊਨ ਆਵੇ, ਕਿਉਂਕਿ ਜਿੰਨੇ ਵੀ ਕੈਂਡੀਡੇਟ ਸਕਰੂਟਨੀ ਕਰਵਾ ਚੁੱਕੇ ਨੇ ਉਹਨਾਂ ਨੂੰ ਬਹੁਤ ਵੱਡੀ ਉਮੀਦ ਹੈ। ਤੇ ਇਸ ਵਾਸਤੇ ਜਿੰਨੇ ਵੀ ਕੈਟੇਗਰੀ ਹੈ, ਜਿੰਨੇ ਵੀ ਸਕਰੂਟਨੀ ਕਰਵਾ ਚੁੱਕੇ ਹੈ ਉਹਨਾਂ ਨੂੰ ਉਮੀਦ ਹੈ ਕਿ ਉਹਨਾਂ ਦਾ ਸਿਲੈਕਸ਼ਨ ਜਿਹੜਾ ਹੋ ਜਾਵੇ ਤੇ ਹੋ ਵੀ ਜਾਊਗਾ, ਚਾਂਸ ਹੈ ਇੱਥੇ। ਤੇ ਇੱਥੇ ਜਿਹੜਾ ਹੈ ਮਾਯੂਸ ਹੋਣ ਦੀ ਲੋੜ ਨਹੀਂ ਹੈ। ਤੇ ਦੂਜੀ ਗੱਲ ਆ ਹੈ ਕਿ ਜੇਕਰ ਕਿਸੇ ਕੈਂਡੀਡੇਟ ਦਾ ਇੱਦਾਂ ਹੁੰਦਾ ਹੈ ਕਿ ਉਸ ਦਾ ਸਿਲੈਕਸ਼ਨ ਜਿਹੜਾ ਹੈ ਉਹ 6635 ਵਿੱਚ ਨਹੀਂ ਹੋਇਆ, ਕਿਉਂਕਿ ਹਜੇ ਟਾਈਮ ਲੱਗੂਗਾ। ਤੇ ਇਸ ਦਾ ਜਿਹੜਾ ਹੈ ਆਪਾਂ ਕੋਸ਼ਿਸ਼ ਕਰ ਸਕਦੇ ਹਾਂ, ਖੇਚਲ ਕਰ ਸਕਦੇ ਹਾਂ ਕਿ ETT 6635 ਜਲਦੀ ਹੋਵੇ, ਕਿਉਂਕਿ ਜੇਕਰ ਭਰਤੀ ਪੂਰੀ ਹੋਊਗੀ ਤਾਂ ਹੀ ਅੱਗੇ ਜਿਹੜਾ ਹੈ ਪ੍ਰੋਸੈਸ ਚੱਲੂਗਾ 5994 ਦਾ। ਤੇ ਇਸ ਵਾਸਤੇ ਸਾਨੂੰ ਐਫਰਟ ਵੀ ਕਰਨਾ ਹੈ ਤੇ ਮੈਰਿਟ ਜਿਹੜੀ ਹੈ ਉਹ ਡਾਊਨ ਵੀ ਆਊਗੀ ਤੇ ਇੱਕ ਹੋਰ ਲਿਸਟ ਵੀ ਆਉਣ ਦੀ ਜਿਹੜੀ ਹੈ ਉਮੀਦ ਬਣੂਗੀ। ਤੇ ਇਸ ਵਾਸਤੇ ਆਪਾਂ ਨੂੰ ਕੀ ਕਰਨਾ ਹੈ ਤੇ ਜਿਵੇਂ ਕਿ ਕੁਝ ਕੈਂਡੀਡੇਟ ਜਿਹੜੇ ਹੈ ਉਹ ਨੇੜੇ ਲੱਗ ਕੇ ਅਗਰ ਰਹਿ ਵੀ ਜਾਂਦੇ ਹੈ 6635 ਵਿੱਚ ਤੇ ਉਹਨਾਂ ਦਾ ਚਾਂਸ ਬਣੂਗਾ ਕਿ 5994 ਵਿੱਚ ਉਹਨਾਂ ਦਾ ਜਿਹੜਾ ਉਹ ਸਿਲੈਕਸ਼ਨ ਹੋ ਜਾਵੇ ਤੇ ਹੋ ਵੀ ਜਾਊਗਾ। ਕਿਉਂਕਿ ਕਾਫੀ ਕੈਂਡੀਡੇਟ ਜਿਹੜੇ ਹੈ ਉਹ ਪਹਿਲੇ ਪੇਪਰ 'ਚ ਵੀ ਜਿਹੜੇ ਹੈ ਉਹ ਫੇਲ ਹੋ ਗਏ ਹੈ ਤੇ ਵੇਖੋ ਕੀ ਹੁੰਦਾ ਅੱਗੇ। ਤੇ
ਇੱਕ ਜਿਹੜਾ ਮੈਸੇਜ ਇਸ ਦੇ ਨਾਲ ਜਿਹੜਾ ਇੱਕ ਮੈਸੇਜ ਕਨਵੇ ਕਰਨਾ ਸੀਗਾ, ਕਿਉਂਕਿ ਸਾਰਿਆਂ ਨੂੰ ਜਿਹੜੀ ਐਕਸਾਈਟਮੈਂਟ ਕਾਫੀ ਵੱਧ ਹੋ ਗਈ ਹੈ ਕਿ ਜਿਹੜੀ 59-94 ਦਾ ਪ੍ਰੋਸੈਸ ਭਰਤੀ ਜਿਹੜੀ ਉਹ ਪ੍ਰੋਸੈਸ ਵਿੱਚ ਆ ਗਈ ਹੈ ਤੇ 66-35 ਨੂੰ ਜਲਦ ਪੂਰਾ ਕਰਵਾਇਆ ਜਾਵੇ ਤੇ ਜਲਦ ਤੋਂ ਜਲਦ ਸਕੂਲਾਂ ਵਿੱਚ ਜਾਇਆ ਜਾਵੇ, ਕਿਉਂਕਿ ਵਿਚਾਲੇ ਇੱਕ ਮਹੀਨਾ ਜਿਹੜਾ ਹੈ ਛੁੱਟੀਆਂ ਹੋ ਗਈ ਸੀ, ਉਸ ਕਾਰਨ ਵੀ ਜਿਹੜਾ ਹੈ ਕਾਫੀ ਲੇਟ ਹੋ ਗਿਆ ਪ੍ਰੋਸੈਸ 66-35 ਦਾ। ਤੇ ਇਸ ਵਾਸਤੇ ਜਿਹੜਾ ਸਾਨੂੰ ਇੱਕ ਦੋ ਵਾਰੀ ਮੰਨ ਕੇ ਚੱਲੋ ਕਿ ਤੁਸੀਂ ਐਫਰਟ ਕਰੋਗੇ ਤਾਂ ਜਿਹੜੀ ਹੈ ਉਹ ਭਰਤੀ ਬਿਲਕੁਲ ਪੂਰੀ ਹੋਣ ਦੇ ਨੇੜੇ ਹੈ। ਤੇ ਸਮੂਹ 66-35 ETT ਵੇਟਿੰਗ ਵਾਲੇ ਸਾਥੀ, ਸਤਿ ਸ੍ਰੀ ਅਕਾਲ ਜੀ। ਵੇਟਿੰਗ ਵਾਲੇ ਸਾਥੀ, ਆਪ ਸਭ ਨੂੰ ਪਤਾ ਹੈ ਕਿ ਹੁਣ 59-94 ਦਾ ਨਤੀਜਾ ਆ ਗਿਆ ਹੈ। ਸੋ ਆਪਾਂ ਸਾਰਿਆਂ ਨੂੰ ਹੁਣ ਰਹਿੰਦੀ 66-35 ਦੀ ਵੇਟਿੰਗ ਲਿਸਟ ਲਈ ਡਿਪਾਰਟਮੈਂਟ 'ਤੇ ਪ੍ਰੈਸ਼ਰ ਪੈ ਕੇ ਆਪਣੀ ਲਿਸਟ ਪਵਾਉਣੀ ਹੋਵੇਗੀ। ਇਹ ਆਪ ਸਭ ਨੂੰ ਪਤਾ ਹੈ ਕਿ ਇਹ ਵੇਟਿੰਗ ਵਾਲੇ ਸਾਥੀ ਲਈ ਹੁਣ ਆਖਰੀ ਮੌਕਾ ਹੈ। ਜੇਕਰ ਤੁਸੀਂ ਸਾਰੇ ਹੁਣ ਡਿਪਾਰਟਮੈਂਟ 'ਤੇ ਪ੍ਰੈਸ਼ਰ ਪਵਾ ਕੇ ਲਿਸਟ ਪਵਾ ਲੈਂਦੇ ਹੋ ਤਾਂ ਬਹੁਤ ਵਧੀਆ ਹੋਵੇਗਾ। ਜੇਕਰ ਤੁਸੀਂ ਘਰਾਂ ਵਿੱਚੋਂ ਨਹੀਂ ਨਿਕਲਣਾ, ਉਹ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੀ ਨੌਕਰੀ ਪ੍ਰਤੀ ਕਿੰਨੇ ਕੁ ਉਤੇਜਿਤ ਹੋ। ਇਹ ਵੇਟਿੰਗ ਵਾਲੇ ਲਈ ਆਖਰੀ ਮੌਕਾ ਹੈ ਹੁਣ, ਨਹੀਂ ਤਾਂ ਕਦੇ ਨਹੀਂ। ਸੋ ਆਪਾਂ ਸਭ ਨੂੰ ਹੁਣ ਇੱਕ ਦੂਜੇ ਦੇ ਸਾਥ ਨਾਲ ਵੇਟਿੰਗ ਲਿਸਟ ਪਵਾਉਣ ਲਈ ਡਿਪਾਰਟਮੈਂਟ ਜਾਣਾ ਪੈਣਾ ਹੈ ਤਾਂ ਜੋ ਰਹਿੰਦੀ ਵੇਟਿੰਗ ਲਿਸਟ ਹੈ ਜਲਦੀ ਪੂਰੀ ਕੀਤੀ ਜਾਵੇ। ਇਸ ਲਈ ਮਿਤੀ 11/7/2023 11/7 ਤੁਸੀਂ ਧਿਆਨ ਨਾਲ ਸੁਣ ਸਕਦੇ ਹੋ। 11/7/2023 ਦਿਨ ਮੰਗਲਵਾਰ ਸ਼ਾਮਾਂ 8:30 ਗੁਰੂ ਘਰ ਅੰਬ ਸਾਹਿਬ ਵਿਖੇ ਸਾਰੇ ਇਕੱਤਰਿਤ ਹੋਵੇ ਤਾਂ ਜੋ ਅਸੀਂ ਸਾਰੇ ਵੇਟਿੰਗ ਲਿਸਟ ਪਵਾ ਸਕੀਏ। ਸੋ ਇਹ ਗੱਲ ਵੀ ਧਿਆਨ ਰੱਖਿਓ ਕਿ ਡਿਪਾਰਟਮੈਂਟ ਦਾ ਸਮਾਂ ਸਵੇਰੇ 7:30 ਤੋਂ 2 ਵਜੇ ਤੱਕ ਦਾ ਹੈ। ਇਸ ਕਰਕੇ ਸਾਰੇ ਸਮੇਂ 'ਤੇ ਪਹੁੰਚਣ ਦੀ ਖੇਚਲ ਕਰਨਾ ਜੀ। ਧੰਨਵਾਦ। ਸਮੂਹ ETT 66-35 ਵੇਟਿੰਗ ਵਾਲੇ ਸਾਥੀ। ਤੇ ਗੁਰਵਿੰਦਰ ਸਿੰਘ ਦਾ ਇੱਥੇ ਨੰਬਰ ਦਿੱਤਾ ਹੋਇਆ ਹੈ ਤੇ ਸੋਨੀ ਸਿੰਘ ਦਾ ਵੀ ਇੱਥੇ ਨੰਬਰ ਦਿੱਤਾ ਹੋਇਆ ਹੈ ਤੇ ਬਾਕੀ ਜਿਹੜੇ ਸਾਡੇ ਆਗੂ ਸਾਥੀ ਨੇ ਜਿਵੇਂ ਕਿ ਨਵ ਕੰਬੋਜ ਤੇ ਹੋਰ ਸਤੀਸ਼ ਬੈਨੀਵਾਲ, ਸਭ ਦਾ ਸਪੋਰਟ ਰਹੇਗਾ ਇਸ 'ਚ। ਤੇ ਹੁਣ ਆਪਾਂ ਨੂੰ ਕਿਸੇ 'ਤੇ ਬਲੇਮ ਨਾ ਕਰਕੇ ਤੇ 66-35 ਨੂੰ ਪੂਰੀ ਕਰਵਾਉਣ ਦਾ ਜਿਹੜਾ ਹੈ ਉਹ ਯਤਨ ਕਰਨਾ ਹੈ, ਕੋਸ਼ਿਸ਼ ਕਰਨੀ ਹੈ ਤਾਂ ਕਿ ਜਿਹੜੇ 59-94 'ਤੇ ਇਸ ਦਾ ਅਸਰ ਨਾ ਪਵੇ। ਤੇ 59-94 ਵਿੱਚ ਜਿੰਨੇ ਵੀ ਕੈਂਡੀਡੇਟ ਆ ਰਹੇ ਨੇ ਉਹ ਮੈਰਿਟ ਦੇ ਲਈ ਜਿਹੜੇ ਕਾਫੀ ਐਕਸਾਈਟਿਡ ਹੋ ਗਏ ਨੇ ਕਿ ਕੀ ਰਹੂਗੀ ਮੈਰਿਟ, ਕੀ ਰਹੂਗੀ। ਵੇਖੋ ਇੱਥੇ ਜਿਹੜਾ ਹੈ ਥੋੜ੍ਹਾ ਕੰਪਲੀਕੇਟਿਡ ਇਸ਼ੂ ਹੈ। ਆਪਾਂ ਇੱਥੇ ਮੈਰਿਟ ਡਿਕਲੇਅਰ ਨਹੀਂ ਕਰ ਸਕਦੇ ਕਿਉਂਕਿ ਇਸ 'ਚ ਜਿਹੜਾ ਹੈ ਆਪਾਂ ਨੂੰ ਨਹੀਂ ਪਤਾ ਕਿ ਡਿਪਾਰਟਮੈਂਟ ਕੀ ਪ੍ਰੋਸੈਸ ਫੋਲੋ ਕਰੂਗਾ ਜਿਹੜੇ 65-35 ਵਿੱਚ ਜੁਆਇਨ ਕਰ ਚੁੱਕੇ ਨੇ। ਤੇ ਤੁਸੀਂ ਮੰਨ ਕੇ ਚੱਲੋ ਕਿ ਲਗਭਗ ਜਿਹੜਾ ਹੈ 59-94 ਵਿੱਚ 66-35 ਦਾ ਸਾਰਾ ਕੈਡਰ ਹੈਗਾ ਹੈ। ਤੇ ਇਸ ਕਰਕੇ ਤੁਸੀਂ ਇੱਦਾਂ ਨਾ ਸੋਚੋ ਕਿ ਮੈਰਿਟ ਕੀ ਰਹਿਣ ਵਾਲੀ ਹੈ। ਇੱਥੇ ਆਪਾਂ ਕੁਝ ਸ਼ੋਰ ਨਹੀਂ ਕਹਿ ਸਕਦੇ ਕਿ ਮੈਰਿਟ ਕਿੰਨੀ ਰਹੂਗੀ। ਤੇ ਆਪਾਂ ਨੂੰ ਆਹੀ ਕੋਸ਼ਿਸ਼ ਕਰਨੀ ਹੈ ਕਿ ਆਪਾਂ ਜਿਹੜੀ ਹੈ 66-35 ਦੀ ਭਰਤੀ ਜਿਹੜੀ ਆ ਪੂਰੀ ਕਰਵਾਈਏ ਤਾਂ ਕਿ 59-94 'ਤੇ ਇਸ ਦਾ ਅਸਰ ਨਾ ਪਵੇ। ਇਸ ਕਰਕੇ ਸਾਰੇ ਸਾਥੀਆਂ ਤੋਂ ਇੱਕ ਵਾਰ ਰਿਕੁਐਸਟ ਹੈ ਕਿ ਜੋ ਵੀ ਕੈਂਡੀਡੇਟ ਆਉਣ ਦਾ ਇੱਛੁਕ ਹੈ, ਕਿਉਂਕਿ ਆਉਣਾ ਹੀ ਪੈਣਾ ਹੈ, ਲਾਸਟ ਚਾਂਸ ਹੈ ਸਾਡੇ ਵਾਸਤੇ। ਤੇ ਇੱਕ ਦੋ ਕੈਂਡੀਡੇਟ ਜਿਹੜੇ ਹੈ ਉਹ ਨਾਲ ਲੈ ਕੇ ਆਓ। ਤੁਸੀਂ ਕੋਸ਼ਿਸ਼ ਕਰੋ 2-4 ਕੈਂਡੀਡੇਟ ਜਿਹੜੇ ਵੀ ਆਪਣੇ ਸਰਕਲ 'ਚ ਹੈ ਉਹਨਾਂ ਨੂੰ ਫੋਨ ਕਰੋ ਤੇ ਕੋਸ਼ਿਸ਼ ਕਰੋ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਜਥੇਬੰਦੀ ਉੱਥੇ ਕਰ ਸਕੀਏ ਤੇ ਡਿਪਾਰਟਮੈਂਟ ਨੂੰ ਪਤਾ ਲੱਗੇ ਕਿ ਵੀ ਇਹਨਾਂ ਨੂੰ ਬੱਚਿਆਂ ਨੂੰ ਨੌਕਰੀ ਦੀ ਲੋੜ ਹੈ ਤੇ ਆਪਾਂ ਜਲਦ ਭਰਤੀ ਨੂੰ ਪੂਰੀ ਕਰੀਏ ਤੇ ਉਸ ਤੋਂ ਬਾਅਦ 59-94 ਦਾ ਪ੍ਰੋਸੈਸ ਵੀ ਜਿਹੜਾ ਹੈ ਉਹ ਛੇਤੀ ਚਾਲੂ ਹੋ ਜਾਵੇ। ਤੇ ਉਮੀਦ ਕਰਦੇ ਹਾਂ ਆਪਾਂ ਸਾਰੇ ਤੇ ਲੈ ਕੇ ਰੱਬ ਦਾ ਨਾਂ ਤੇ ਆਪਾਂ ਜ਼ਰੂਰ ਜਿਹੜਾ ਹੈ ਉਹ ਇਸ ਪ੍ਰੋਸੈਸ ਵਿੱਚ ਹਿੱਸਾ ਪਾਵਾਂਗੇ ਤੇ ਆਪਣੀ ਜੋ ਵੀ ਬਣਦਾ ਹੈ ਆਪਣੇ ਕੋਲੋਂ ਉਹ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ। ਜਿੰਨੇ ਵੀ ਸਾਥੀ ਮੈਨੂੰ ਸੁਣ ਰਹੇ ਨੇ ਉਹਨਾਂ ਸਾਰਿਆਂ ਨੂੰ ਹੰਬਲ ਰਿਕੁਐਸਟ ਹੈ ਕਿ ਤੁਸੀਂ ਜਿਹੜਾ ਪਹੁੰਚੋ, ਕਿਉਂਕਿ ਬਿਲਕੁਲ ਤੁਸੀਂ ਨੇੜੇ ਹੋ ਸਕਦਾ ਹੈ ਕਿ ਡਿਪਾਰਟਮੈਂਟ ਜੇਕਰ ਕਹਿੰਦਾ ਹੈ ਕਿ ਲੱਗਦਾ ਵੀ ਹੈ ਕਿ 15 ਤੋਂ ਲਗਭਗ ਪਹਿਲਾਂ ਜਿਹੜੀ ਹੈ ਉਹ ਲਿਸਟ ਆਉਣ ਦੀ ਉਮੀਦ ਹੈ, ਪਰ ਫਿਰ ਵੀ ਜੇਕਰ ਆਪਾਂ ਜਾਂਦੇ ਹਾਂ ਤਾਂ ਆਪਾਂ ਜਿਹੜਾ ਹੈ ਹਵਾ ਦੇ ਰੁੱਖ ਵਿੱਚ ਜਿਹੜਾ ਹੈ ਆਪਾਂ ਕੰਮ ਕਰ ਸਕਦੇ ਹਾਂ ਤੇ ਆਪਾਂ ਨੂੰ ਇੱਥੇ ਲੋੜ ਵੀ ਹੈਗੀ ਹੈ। ਤੇ ਦੂਜੀ ਗੱਲ ਆ ਕਿ ਤੁਸੀਂ ਜਿਹੜਾ ਹੈ ਜ਼ਰੂਰ ਟੈਲੀਗ੍ਰਾਮ WhatsApp ਗਰੁੱਪ ਨਾਲ ਜ਼ਰੂਰ ਜੁੜਿਆ ਰਿਹਾ ਕਰੋ, ਕਿਉਂਕਿ ਵਿਚਾਲੇ ਆਪਾਂ ਨੇ ਕੋਈ ਵੀ ਇਨਫੋਰਮੇਸ਼ਨ ਤੇ ਵੀਡੀਓ ਨਹੀਂ ਪਾਈ। ਜੇਕਰ ਸਾਡੇ ਕੋਲੇ ਜਿਹੜਾ ਪੁਖਤਾ ਜਾਣਕਾਰੀ ਨਹੀਂ ਹੈਗੀ ਹੈ ਤਾਂ ਆਪਾਂ ਫालतू ਦੀ ਜਿਹੜੀ ਇਨਫੋਰਮੇਸ਼ਨ ਨਹੀਂ ਦੇ ਸਕਦੇ ਤੇ ਇਸ ਕਰਕੇ ਖਾਮੋਸ਼ ਵੀ ਸੀਗੇ ਤੇ ਆਪਾਂ ਨੂੰ ਜਿਹੜਾ ਇੱਥੇ ਸਮਝਣ ਦੀ ਲੋੜ ਹੈ। ਤੇ ਇੱਕ ਵਾਰ ਫਿਰ ਤੋਂ ਜਿਹੜੇ ਚੈਨਲ ਦੇ ਗਰੁੱਪ ਤੋਂ ਜ਼ਰੂਰ ਜੁੜੋ ਤੇ ਤਾਂ ਕਿ ਆਉਣ ਵਾਲੀ ਸਾਰੀ ਅਪਡੇਟ ਜਿਹੜੀ ਹੈ ਇੱਥੇ ਪਾ ਸਕੀਏ। ਤੇ ਤੁਸੀਂ ਮਾੜਾ ਜਿਹਾ ਵੇਟ ਕਰੋ ਤੇ ਹਿੰਮਤ ਰੱਖੋ ਤੇ ਸਭ ਦਾ ਜਿਹੜਾ ਹੈ ਵਾਹਿਗੁਰੂ ਭਲਾ ਕਰਨਗੇ ਤੇ ਆਪਾਂ ਨੂੰ ਜਿਹੜਾ ਜ਼ਰੂਰ ਹੀ ਜਲਦੀ ਨੌਕਰੀ ਮਿਲਣਗੀ ਤੇ ਸਾਰੇ ਆਪਣੇ ਜਿਹੜੇ ਹੈ ਸਕੂਲਾਂ ਵਿੱਚ ਹੋਣਗੇ ਜਲਦੀ। ਤੇ ਆਪਾਂ ਨੂੰ ਇੱਕ ਛੋਟੇ ਦੇ ਪ੍ਰਯਾਸ ਨਾਲ ਜਿਹੜਾ ਹੈ ਆਪਾਂ ਨੂੰ ਇਸ ਪ੍ਰੋਸੈਸ ਨੂੰ ਜਿਹੜਾ ਉਹ ਸਕਸੈਸ ਬਣਾਉਣਾ ਹੈ। ਸਤਿ ਸ੍ਰੀ ਅਕਾਲ।